जी श्रोतेओ, प्रोग्राम सजरी सवेर दौरान स्टूडियो की घड़ी ते समा हो गया जी 7:07 ते 55 सेकंड दा। श्रोतेओ, तुहानू याद होना है पिछले साल दा घटनाक्रम। वैसे मैं थोड़ा जा होर गल करूंगा कि देखो, जदों भी कोई युद्ध लगदा है तां उस युद्ध जां उस लड़ाई दे या उस वॉर दे विच लड़न वास्ते जदों फौज नू रवाना कीता जांदा ना जी, ते उस फौज नू पूरी तरह नाल उत्साहित और प्रोत्साहित करके भेजा जांदा है मैदाने जंग च कि ओ उस जंग नू जित के आवे। और पिछले साल जिहड़ा एक विश्व युद्ध चल रहा है शुरू होया, ओ विश्व युद्ध है जिहड़ा ओ अजे भी जारी है। जी हाँ, ये विश्व युद्ध होया या हो रहा है साडा एक अदृश्य दुश्मन दे नाल, जिसदा नाम है जी कोरोना जां SARS-CoV-2। और इहदे जिहड़े फौजी है जां इहदे जिहड़े योद्धे है ਉਹ ਖਾਕੀ ਜਾਂ ਮਿਲਟਰੀ ਫਟੀਗ ਦੇ ਵਿੱਚ ਨਹੀਂ ਲੜ ਰਹੇਗੇ, ਉਹ ਜਾਂ ਤਾਂ ਲੜ ਰਹੇ ਆ PPE ਕਿਟਸ ਦੇ ਵਿੱਚ ਤੇ ਜਾਂ ਵਾਈਟ ਕੋਟਸ ਪਹਿਨ ਕੇ। ਜੀ ਹਾਂ, ਮੇਰੀ ਮੁਰਾਦ ਹੈ ਡਾਕਟਰਸ ਔਰ ਪੈਰਾਮੈਡੀਕਲ ਸਟਾਫ ਤੋਂ, ਕਿਉਂਕਿ ਇਸ ਯੁੱਧ ਦੇ ਵਿੱਚ ਮੁਰਲੀ ਕਤਾਰ ਦੇ ਜਿਹੜੇ ਯੋਧੇ ਹੈ ਉਹ ਡਾਕਟਰ ਹੀ ਹੈ। ਔਰ ਸਰਕਾਰੀ ਹਸਪਤਾਲਾਂ ਦੇ ਵਿੱਚ ਜਾਂ ਸਰਕਾਰੀ ਜਿਹੜੇ ਡਾਕਟਰ ਹੈ ਉਹਨਾਂ ਦਾ ਯੋਗਦਾਨ ਇਸ ਯੁੱਧ ਦੇ ਵਿੱਚ ਕਿੰਨਾ ਵਡਮੁੱਲਾ ਰਿਹਾ ਹੈ, ਮੇਰਾ ਖਿਆਲ ਹੈ ਅੱਜ ਮੈਨੂੰ ਇਸ ਪ੍ਰੋਗਰਾਮ 'ਚ ਉਸ ਦਾ ਜ਼ਿਕਰ ਕਰਨ ਦੀ ਹਰਗਿਜ਼ ਜ਼ਰੂਰਤ ਨਹੀਂ ਹੈਗੀ। ਤੁਹਾਨੂੰ ਇਹ ਯਾਦ ਹੋਣਾ ਹੈ ਕਿ ਪਿਛਲੇ ਸਾਲ ਯਾਨੀ ਕਿ 2020 ਦੇ ਵਿੱਚ 22 ਮਾਰਚ ਨੂੰ ਜਦੋਂ ਇਸ ਯੁੱਧ ਦਾ ਰਸਮੀ ਐਲਾਨ ਕੀਤਾ ਗਿਆ ਸੀ, ਦਿਨ ਨੂੰ ਜਨਤਾ ਕਰਫਿਊ ਸੀ ਤੇ ਸ਼ਾਮ ਨੂੰ 5 ਵਜੇ ਮਾਨਯੋਗ ਪ੍ਰਧਾਨ ਮੰਤਰੀ ਜੀ ਦੀ ਅਪੀਲ ਦੇ ਉੱਤੇ ਲੋਕਾਂ ਨੇ ਛੱਤਾਂ ਤੇ ਚੜ੍ਹ ਕੇ ਤਾਲੀਆਂ, ਥਾਲੀਆਂ, ਸ਼ੰਖ, ਛੈਣੇ ਪਤਾ ਨਹੀਂ ਕੀ ਵਜਾਇਆ ਔਰ ਸੜਕਾਂ ਤੇ ਉਤਰ ਕੇ ਵੀ ਇਹ ਸਭ ਕੁਝ ਕੀਤਾ, ਜਿਹਦਾ ਉਦੇਸ਼ ਸੀਗਾ ਸਾਡੇ ਡਾਕਟਰ ਸਾਹਿਬਾਨ ਤੇ ਸਾਡੇ ਪੈਰਾਮੈਡੀਕਲ ਸਟਾਫ ਨੂੰ ਜਾਂ ਮੁਰਲੀ ਕਤਾਰ ਦੇ ਜਿਹੜੇ ਜਿਨ੍ਹਾਂ ਨੂੰ ਕੋਰੋਨਾ ਯੋਧੇ ਦੱਸਿਆ ਗਿਆ ਸੀਗਾ, ਉਹਨਾਂ ਦਾ ਅਭਿਵਾਦਨ ਕਰਨਾ ਔਰ ਉਹਨਾਂ ਨੂੰ ਉਤਸ਼ਾਹਿਤ ਕਰਨਾ ਕਿ ਹੁਣ ਮੈਦਾਨੇ ਜੰਗ 'ਚ ਉਤਰਨ ਦਾ ਸਮਾਂ ਆ ਗਿਆ ਹੈ। ਔਰ ਸਾਡੇ ਇਹਨਾਂ ਯੋਧਿਆਂ ਨੇ ਸਾਨੂੰ ਹਰਗਿਜ਼ ਨਿਰਾਸ਼ ਨਹੀਂ ਕੀਤਾਗਾ। ਔਰ ਅੰਕੜੇ ਦੱਸਦੇ ਹੈ ਕਿ ਇਸ ਯੁੱਧ ਦੇ ਵਿੱਚ ਯਾਨੀ ਕਿ ਪਿਛਲੇ 1.5 ਸਾਲ ਦੇ ਵਿੱਚ 1500 ਤੋਂ ਵੀ ਵੱਧ ਜਿਹੜੇ ਡਾਕਟਰ ਸਾਹਿਬਾਨ ਹੈ ਔਰ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਹੋਰ ਜਿਹੜੇ ਪੈਰਾਮੈਡਿਕਸ ਜਾਂ ਪੁਲਿਸ ਦੇ ਜਾਂ ਹੋਰ ਜਿਹੜੇ ਕਾਮੇ ਇਸ ਯੁੱਧ ਦੇ ਵਿੱਚ ਲੱਗੇ ਹੋਏ ਸੀਗੇ, ਉਹਨਾਂ ਦੀ ਸ਼ਹਾਦਤ ਹੋ ਚੁੱਕੀ ਹੈ। ਆਮ ਤੌਰ ਤੇ ਯੁੱਧ ਦੇ ਵਿੱਚ ਵਧੀਆ ਕਾਰਕਰਦਗੀ ਕਰਨ ਵਾਲੇ ਯੋਧਿਆਂ ਨੂੰ ਜਾਂ ਸੈਨਿਕਾਂ ਨੂੰ ਸਨਮਾਨ ਦਿੱਤੇ ਜਾਂਦੇ ਆ, ਫੌਜੀ ਸਨਮਾਨ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ, ਪਰਮਵੀਰ ਚੱਕਰ ਹੋ ਗਿਆ। ਪਰ ਇਹ ਜਿਹੜੇ ਯੋਧੇ ਇਸ ਅਦ੍ਰਿਸ਼ ਦੁਸ਼ਮਣ ਦੇ ਨਾਲ ਲੜ ਰਹੇ ਸੀਗੇ, ਉਹਨਾਂ ਨੂੰ ਸਨਮਾਨ ਤਾਂ ਕੀ ਦੇਣਾ ਸੀਗਾ, ਬਲਕਿ ਉਹਨਾਂ ਨੂੰ ਨਾਰਾਜ਼ ਕੀਤਾ ਪੰਜਾਬ ਸਰਕਾਰ ਨੇ। ਔਰ ਅੱਜ ਹਾਲਾਤ ਇਹ ਹੈ ਕਿ ਇਹੀ ਜਿਹੜੇ ਯੋਧੇ ਹੈ ਜਿਨ੍ਹਾਂ ਨੂੰ ਪਿਛਲੇ ਸਾਲ ਪੰਜਾਬ ਪੁਲਿਸ ਵੱਲੋਂ ਗਾਰਡ ਆਫ ਆਨਰਸ ਦਿੱਤਾ ਗਿਆ ਸੀਗਾ ਔਰ ਸਾਡੇ ਬਠਿੰਡਾ ਸ਼ਹਿਰੀ ਵਿਧਾਨ ਸਭਾ ਹਲਕੇ ਦੇ MLA ਤੇ ਸਰਕਾਰ ਦੇ ਵਿੱਚ ਖਜ਼ਾਨਾ ਮੰਤਰੀ ਹੈ, ਉਹਨਾਂ ਨੇ ਬੜੇ ਫਖਰ ਦੇ ਨਾਲ ਇਹ ਗੱਲ ਕਹੀ ਸੀ ਕਿ ਸਭ ਤੋਂ ਵੱਡਾ ਸਨਮਾਨ ਹੁੰਦਾ ਹੈ ਗਾਰਡ ਆਫ ਆਨਰਸ, ਜਿਹੜਾ ਕਿ ਪੁਲਿਸ ਨੇ ਇਹਨਾਂ ਡਾਕਟਰਸ ਨੂੰ ਤੇ ਪੈਰਾਮੈਡਿਕਸ ਨੂੰ ਦਿੱਤਾ। ਪਰ ਅੱਜ ਉਹ ਸਾਰਾ ਕੁਝ ਬੇਮਾਇਨੀ ਹੋ ਚੁੱਕਿਆ ਹੈ, ਕਿਉਂਕਿ ਇਹੀ ਯੋਧੇ ਹੈ ਜਿਹੜੇ ਇਹ ਆਪਦੀ ਹੋਂਦ ਦੀ ਲੜਾਈ ਲੜਦੇ ਪਏ ਹੈ। ਅੱਜ ਇਹ ਹੜਤਾਲਾਂ ਕਰ ਰਹੇ ਹੈ ਔਰ ਜੋ ਮੇਰੀ ਸੂਚਨਾ ਹੈ ਅੱਜ ਵੀ ਸਰਕਾਰੀ ਹਸਪਤਾਲਾਂ ਦੇ ਵਿੱਚ ਇਹਨਾਂ ਡਾਕਟਰ ਸਾਹਿਬਾਨ ਦੀ ਹੜਤਾਲ ਰਹਿਣ ਵਾਲੀ ਹੈ। ਔਰ ਆਉਣ ਵਾਲੇ ਸਮੇਂ 'ਚ ਇਹ ਅੰਦੋਲਨ ਹੋਰ ਵੀ ਵਿਕਰਾਲ ਰੂਪ ਹੈ ਜਿਹੜਾ ਉਹ ਧਾਰਨ ਕਰ ਸਕਦਾ ਹੈ, ਜਿਸ ਦਾ ਨੁਕਸਾਨ ਆਮ ਜਨਤਾ ਨੂੰ ਹੈ, ਨੇਤਾਵਾਂ ਨੂੰ ਤੇ ਬਿਊਰੋਕਰੈਟਸ ਨੂੰ ਤੇ ਅਮੀਰ ਲੋਕਾਂ ਨੂੰ ਨਹੀਂ ਹੈਗਾ, ਕਿਉਂਕਿ ਉਹਨਾਂ ਨੇ ਤਾਂ ਹੈਲੀਕਾਪਟਰ ਤੇ ਚੜ੍ਹ ਕੇ ਕਿਤੇ ਵੀ ਵਧੀਆ ਹਸਪਤਾਲ 'ਚ ਜਾ ਕੇ ਇਲਾਜ ਕਰਵਾ ਲੈਣਾ। ਔਰ ਵੈਸੇ ਵੀ ਸਾਡੇ ਜਿਹੜੇ ਨੇਤਾਗਣ ਹੈ ਜਾਂ ਸਾਡੇ ਜਿਹੜੇ ਬਿਊਰੋਕਰੈਟਸ ਹੈ ਜਾਂ ਸਾਡੇ ਜਿਹੜੇ ਇਲਾਕੇ ਦੇ ਸਰਦੇ ਪੁੱਜਦੇ ਲੋਕ ਹੈ, ਉਹ ਸਰਕਾਰੀ ਹਸਪਤਾਲਾਂ 'ਚ ਕਦੋਂ ਇਲਾਜ ਕਰਵਾਉਣ ਆਉਂਦੇ ਆ? ਸਰਕਾਰੀ ਹਸਪਤਾਲਾਂ 'ਚ ਤਾਂ ਆਪਣੇ ਵਰਗੇ ਜਿਹੜੇ ਆਮ ਜਿਹੇ ਸਧਾਰਨ ਜਿਹੇ ਲੋਕ ਹੈ ਉਹੀ ਜਾਂਦੇ ਆ ਨਾ, ਤੇ ਫਿਰ ਇਹਨਾਂ ਲੋਕਾਂ ਦੀ ਪਰਵਾਹ ਕਿਹਨੂੰ ਹੋਣ ਲੱਗੀ? ਖੈਰ ਜੀ, ਪਰਤਦੇ ਆਪਾਂ ਮੁੱਦੇ ਤੇ ਕਿ ਮੁੱਦਾ ਕੀ ਹੋਇਆ ਕਿ ਡਾਕਟਰ ਸਾਹਿਬਾਨ ਨੂੰ ਹੜਤਾਲ ਤੇ ਕਿਉਂ ਜਾਣਾ ਪਿਆ। ਇਹ ਸਭ ਕੁਝ ਜਾਣਨ ਲਈ ਅਸੀਂ ਸੰਪਰਕ ਕੀਤਾ ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਯਾਨੀ ਕਿ ਪੰਜਾਬ ਦੇ ਪ੍ਰਧਾਨ ਡਾਕਟਰ ਗਗਨਦੀਪ ਸਿੰਘ ਹੋਰਾਂ ਨੂੰ, ਔਰ ਇਹ ਸਾਰੀ ਸਥਿਤੀ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਕਿ ਇਹ ਹੜਤਾਲ ਕਿਉਂ ਚੱਲ ਰਹੀ ਹੈ ਡਾਕਟਰ ਸਾਹਿਬਾਨ ਦੀ। ਔਰ PCMSA ਪੰਜਾਬ ਦੇ ਪ੍ਰਧਾਨ ਡਾਕਟਰ ਗਗਨਦੀਪ ਸਿੰਘ ਇਸ ਬਾਰੇ ਕੀ ਦੱਸਦੇ ਹੈ, ਆਓ ਸੁਣਦੇ ਹਾਂ ਉਹਨਾਂ ਦੀ ਹੀ ਜ਼ੁਬਾਨੀ। ਡਾਕਟਰ ਗਗਨਦੀਪ ਸਿੰਘ ਜੀ, ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ 'ਚ ਜੀ ਆਇਆਂ ਨੂੰ ਆਖਦੇ ਹਾਂ ਜਨਾਬ ਤੁਹਾਨੂੰ। ਥੈਂਕ ਯੂ ਜੀ, ਧੰਨਵਾਦ ਸਰ। ਪਿਛਲੇ ਦਿਨੀ ਪੰਜਾਬ ਸਰਕਾਰ ਵੱਲੋਂ 6ਵੇਂ ਪੇ ਕਮਿਸ਼ਨ ਦੀ ਜੋ ਰਿਕਮੈਂਡੇਸ਼ਨ ਸੀ, ਜੋ ਉਹਦੀਆਂ ਸਿਫਾਰਿਸ਼ਾਂ ਸੀ, ਉਸ ਨੂੰ ਲਾਗੂ ਕਰਨ ਦਾ ਐਲਾਨ ਹੈ ਜਿਹੜਾ ਹੋਇਆ, ਤੇ ਅਸੀਂ ਆਮ ਲੋਕ ਤਾਂ ਇਹ ਸੋਚਦੇ ਸੀ ਵੀ ਚਲੋ ਚੋਣ ਵਰੇ 'ਚ ਆ ਗਏ, ਜਾਨੀ ਚੋਣਾਂ 'ਚ 6-7 ਮਹੀਨੇ ਰਹਿ ਗਏ ਹੈ ਤੇ ਬੜਾ ਮਾਸਟਰ ਸਟ੍ਰੋਕ ਹੈ ਵੀ ਸਾਰੇ ਕਰਮਚਾਰੀ ਖੁਸ਼ ਕਰਤੇ, ਬਾਗੋ-ਬਾਗ ਕਰਤੇ। ਪਰ ਅਸੀਂ ਦੇਖਿਆ ਕਿ ਲਗਭਗ ਹਰੇਕ ਵਿਭਾਗ ਦੇ ਕਰਮਚਾਰੀ ਹੀ ਪ੍ਰੋਟੈਸਟ ਕਰ ਰਹੇ ਆ, ਹੜਤਾਲਾਂ ਕਰ ਰਹੇ ਆ। ਔਰ ਸਭ ਤੋਂ ਜ਼ਿਆਦਾ ਸਾਨੂੰ ਹੈਰਾਨੀ
ਉਦੋਂ ਹੋਈ ਜਦੋਂ ਡਾਕਟਰਸ ਸਾਡੇ ਜਿਹੜੇ ਸਰਕਾਰੀ ਹਸਪਤਾਲਾਂ ਦੇ ਜਾਂ ਸਰਕਾਰੀ ਜਿਹੜੇ ਸਾਡੇ ਡਾਕਟਰ ਸਾਹਿਬਾਨ ਹੈ, ਜਦੋਂ ਉਹਨਾਂ ਨੇ ਇਸ ਗੱਲ ਦਾ ਪ੍ਰੋਟੈਸਟ ਕਰਨਾ ਸ਼ੁਰੂ ਕੀਤਾ ਤੇ ਹੜਤਾਲਾਂ ਤੇ ਜਾਣਾ ਸ਼ੁਰੂ ਹੋਇਆ ਕਿ ਤਨਖਾਹ ਉਹਨਾਂ ਦੀ ਵਧੀ ਨਹੀਂ 6ਵੀਂ ਪੇ ਕਮਿਸ਼ਨ ਦੀ ਸਿਫਾਰਿਸ਼ ਤੋਂ ਬਾਅਦ, ਬਲਕਿ ਤਨਖਾਹ ਉਹਨਾਂ ਦੀ ਘਟੀ ਹੈ। ਸੋ ਇਹ ਕਿਸ ਤਰ੍ਹਾਂ ਹੋਇਆ? ਕਿਉਂਕਿ ਡਾਕਟਰਸ ਆਰ ਦਾ ਓਨਲੀ ਗਜ਼ਟਡ ਆਫੀਸਰਸ ਜਿਹੜੇ ਇਸ ਵੇਲੇ ਹੜਤਾਲ ਤੇ ਗਏ, ਬਾਕੀ ਜਿੰਨੇ ਵੀ ਆਫੀਸਰ ਜਾਂ ਹੋਰ ਜਿਹੜੇ ਦੂਜੇ ਵਿਭਾਗਾਂ ਦੇ ਕਰਮਚਾਰੀ ਉਹ ਨਾਨ ਗਜ਼ਟਡ ਦੀ ਸ਼੍ਰੇਣੀ ਚ ਆਉਂਦੇ। ਤਾਂ ਐਸਾ ਕੀ ਨੁਕਸਾਨ ਸਰ 6ਵੀਂ ਪੇ ਕਮਿਸ਼ਨ ਦੀ ਸਿਫਾਰਿਸ਼ਾਂ ਦੇ ਲਾਗੂ ਹੋਣ ਨਾਲ ਡਾਕਟਰ ਸਾਹਿਬਾਨ ਦਾ ਹੋ ਗਿਆ, ਜਿਸ ਕਰਕੇ ਇਸ ਪੈਂਡੈਮਿਕ ਦੇ ਦੌਰ ਦੇ ਵਿੱਚ ਵੀ ਡਾਕਟਰ ਸਾਹਿਬਾਨ ਨੂੰ ਹੜਤਾਲ ਤੇ ਜਾਣਾ ਪਿਆ? ਸਰ ਤੁਸੀਂ ਸਮਝ ਸਕਦੇ ਹੋ ਜੀ, ਤੁਸੀਂ ਆਪ ਹੀ ਕਹਿਤਾ ਵੀ ਇਸ ਪੈਂਡੈਮਿਕ ਦੇ ਦੌਰ 'ਚ ਵੀ ਅਸੀਂ ਜੇ ਸਟ੍ਰਾਈਕ ਤੇ ਸਾਨੂੰ ਜਾਣਾ ਪਿਆ ਤਾਂ ਮਸਲਾ ਗੰਭੀਰ ਹੀ ਆ, ਤਾਂ ਹੀ ਅਸੀਂ ਇਸ ਤਰ੍ਹਾਂ ਦਾ ਸਟੈਪ ਲਿਆ। ਨਹੀਂ ਅਸੀਂ ਪਿਛਲੇ 1.25 ਸਾਲ ਤੋਂ ਕੋਵਿਡ ਜਦੋਂ ਚੱਲ ਰਿਹਾ ਚੁੱਪ ਕਰਕੇ ਅੱਖਾਂ ਬੰਦ ਕਰਕੇ ਸਿਨੇਮਾ ਕਰਕੇ ਅਸੀਂ ਆਪਣੀ ਡਿਊਟੀ ਨਿਭਾਉਂਦੇ ਆ ਰਹੇ ਹਾਂ। ਜਿਹੜੀਆਂ ਸਾਡੀਆਂ ਡਿਮਾਂਡ ਸੀਗੀਆਂ, ਹਾਲਾਂਕਿ ਇਲੈਕਸ਼ਨ ਈਅਰ ਤੇ ਆ ਕੇ ਸਾਰੇ ਡਿਮਾਂਡ ਚੱਕਦੇ, ਅਸੀਂ ਫਿਰ ਵੀ ਕੋਵਿਡ ਦੇ ਕਰਕੇ ਕੋਈ ਸਰਕਾਰ ਕੋਲੋਂ ਮੰਗਿਆ ਨਹੀਂ ਸੀ। ਸਾਨੂੰ ਤਾਂ ਸਾਰਿਆਂ ਨੂੰ ਆਸ ਸੀ ਵੀ ਘੱਟੋ ਘੱਟ ਪੇ ਕਮਿਸ਼ਨ 'ਚ ਜੋ ਅਸੀਂ ਮੰਗਿਆ ਐਟਲੀਸਟ ਸਾਨੂੰ ਉਹਨਾਂ ਤਾਂ ਮਿਲੂਗਾ, ਲੇਕਿਨ ਇਹਨਾਂ ਨੇ ਬਾਕੀ ਜਿਹੜੇ ਸਾਰੇ EMPLOYEES ਦੇ ਬੜੇ ਕਾਮਨ ਭੱਤੇ ਆ, ਸਾਡੇ ਜਿਹੜੇ ਹਾਊਸ ਰੈਂਟ ਜਿਹੜਾ ਸੀਗਾ ਉਹ ਘਟਾਤਾ, ਸਾਡਾ ਜਿਹੜਾ ਰੈਂਟ ਫ੍ਰੀ ਅਕੋਮੋਡੇਸ਼ਨ ਵਾਲਾ ਸੀ ਉਹ ਖਤਮ ਕਰਤਾ, ਐਕੈਡੈਮਿਕ ਅਲਾਊਂਸ ਖਤਮ ਕਰਤਾ, ਹੋਰ ਅਲਾਊਂਸ ਕੁਝ ਘਟਾਤੇ ਕੁਝ ਖਤਮ ਕਰਤੇ ਜੀ। ਉਹਦੇ ਨਾਲ ਨਾਲ ਇੱਕ ਡਾਕਟਰ ਨੂੰ NPA ਮਿਲਦਾ ਜੀ, ਨਾਨ ਪ੍ਰੈਕਟਿਸਿੰਗ ਅਲਾਊਂਸ। ਇੱਕ ਤਾਂ ਇਹਦਾ ਨਾਂ ਹੈ ਨਾਨ ਪ੍ਰੈਕਟਿਸਿੰਗ ਅਲਾਊਂਸ ਕਰਕੇ ਇਹਨਾਂ ਨੂੰ ਐਂ ਲੱਗਦਾ ਸਾਰਿਆਂ ਨੂੰ, ਲੋਕਾਂ ਨੂੰ ਸ਼ਾਇਦ ਲੱਗਦਾ ਔਰ ਸਰਕਾਰ ਵੀ ਇਹਨੂੰ ਮਿਸਯੂਜ਼ ਕਰਦੀ ਹੈ ਕਿ ਇਹ ਪ੍ਰੈਕਟਿਸ ਨਾ ਕਰਨ ਦੀ ਇਹਨਾਂ ਨੂੰ ਕੰਪਨਸੇਸ਼ਨ ਮਿਲਦੀ ਡਾਕਟਰਸ ਨੂੰ, ਜਦ ਕਿ ਇਹ ਗੱਲ ਨਹੀਂ ਹੈ। ਇਹ ਇੱਕ ਦਿਸ ਇਜ਼ ਵਨ ਪਾਰਟ। ਦੂਜਾ ਇਹਦੇ ਚ ਜਿਹੜੀ ਆ ਸੁਪਰੀਮ ਕੋਰਟ ਦੀ ਇੱਕ ਰੂਲਿੰਗ ਆਈ ਸੀ ਜੀ, ਉਹਦੇ ਚ ਇਹਨਾਂ ਨੇ NPA ਡਾਕਟਰ ਨੂੰ ਦੇਣ ਦੀ ਸਿਫਾਰਿਸ਼ ਕੀਤੀ ਸੀ, ਕਿਉਂਕਿ ਡਾਕਟਰ ਜਿਹੜੇ ਔਖੀ ਪੜ੍ਹਾਈ ਕਰਕੇ ਆਉਂਦੇ ਆ ਔਰ ਪੜ੍ਹਾਈ ਲੰਬੀ ਹੁੰਦੀ ਆ, ਔਰ ਉਹਦੇ ਕਰਕੇ ਨਾ ਇਹਨਾਂ ਦਾ ਜਿਹੜਾ ਮੈਡੀਕਲ ਕਾਲਜ ਦੀ ਪੜ੍ਹਾਈ ਵੀ ਲੰਬੀ ਔਰ ਡਿਊਰੇਸ਼ਨ ਆਫ ਪੜ੍ਹਾਈ ਵੀ ਲੰਬੀ ਹੁੰਦੀ ਆ। ਆਮ ਤੌਰ ਤੇ ਤੁਸੀਂ ਦੇਖਿਆ ਵੀ 4 ਸਾਲ ਦੀ ਡਿਗਰੀ ਕਰਕੇ ਬੰਦਾ ਇੰਜੀਨੀਅਰ ਬਣ ਜਾਂਦਾ, ਇਹਦੇ ਸਾਡੀ 4.5 ਸਾਲ ਦੀ ਪੜ੍ਹਾਈ ਆ, 1 ਸਾਲ ਦੀ ਇੰਟਰਨਸ਼ਿਪ ਆ, ਸੋ 5.5 ਸਾਲ ਦੀ ਪੜ੍ਹਾਈ ਹੋ ਜਾਂਦੀ ਆ। ਉਸ ਤੋਂ ਬਾਅਦ ਜੌਬ ਜੇ ਇਮੀਡੀਏਟ ਮਿਲੇ ਤਾਂ, ਜੇ ਅਵੇਲੇਬਲ ਹੋਵੇ ਤਾਂ ਠੀਕ ਆ। ਤੇ ਉਹਦੇ ਕਰਕੇ ਸਾਡੀ ਜਿਹੜੀ ਪ੍ਰਮੋਸ਼ਨਸ ਵੀ ਬਹੁਤ ਘੱਟ ਹੁੰਦੀਆਂ, ਵੱਧ ਤੋਂ ਵੱਧ 2 ਪ੍ਰਮੋਸ਼ਨਸ ਹੁੰਦੀਆਂ ਟੋਟਲ ਤੁਹਾਡੀ ਸਾਰੀ ਜੌਬ ਡਿਊਰੇਸ਼ਨ ਦੀਆਂ। ਜੀ ਬਿਲਕੁਲ। ਇਹਨਾਂ ਕਰਕੇ ਪਲੱਸ ਜਿਹੜੀਆਂ ਅਸੀਂ ਰਿਸਕ ਡਿਊਟੀਜ਼ ਕਰ ਰਹੇ ਹਾਂ ਜੀ, ਜਿਵੇਂ ਹੁਣ ਕੋਵਿਡ ਆ, ਕੋਵਿਡ ਤਾਂ ਚਲੋ ਹੁਣ ਆਇਆ, ਉਸ ਤੋਂ ਪਹਿਲਾਂ ਵੀ ਬੜੀਆਂ ਭਿਆਨਕ ਬਿਮਾਰੀਆਂ ਹੈਪੇਟਾਈਟਸ। ਡਾਕਟਰ ਗਗਨ ਇੱਥੇ ਮੈਂ ਇੱਕ ਚੀਜ਼ ਹੋਰ ਵੀ ਐਡ ਕਰੂੰਗਾ ਕਿ ਡਾਕਟਰ ਸਾਹਿਬਾਨ ਸਿਰਫ ਕੋਈ 9 to 5 ਵਾਲੀ ਜੌਬ ਨਹੀਂ ਹੈਗੀ, ਇਹ ਰਾਉਂਡ ਦੀ ਕਲੌਕ ਹੀ ਸਰਕਾਰੀ ਜਿਹੜੀ ਡਿਊਟੀ ਹੈ ਤੁਹਾਡੀ ਡਾਕਟਰਾਂ ਦੀ, ਉਹ ਰਾਉਂਡ ਦੀ ਕਲੌਕ ਹੀ ਹੈ। ਇਹੀ ਮੈਂ ਐਡ ਕਰ ਰਿਹਾ ਜੀ। ਇੱਕ ਤਾਂ ਇਹ ਹੋ ਗਿਆ ਜੀ ਵੀ ਔਖੀਆਂ ਡਿਊਟੀਆਂ ਕਰ ਰਹੇ ਆ ਜੀ, ਮਤਲਬ ਰਿਸਕ ਤੇ ਡਿਊਟੀਆਂ ਕਰ ਰਹੇ। ਦੂਜੀਆਂ ਜਿਹੜੀਆਂ ਡਿਊਟੀ ਆਵਰਸ ਕੋਈ ਫਿਕਸ ਨਹੀਂ ਹੈਗੇ, ਅਸੀਂ ਜੇ 24 ਘੰਟੇ ਔਨ ਕਾਲ ਆ, ਅੱਛਾ ਕਈ ਵਾਰੀ 24 ਘੰਟੇ ਡਿਊਟੀ ਕਰਕੇ ਅਸੀਂ ਮਤਲਬ ਇੱਕ ਡਾਕਟਰ ਜਿਹੜਾ ਕਿ ਉਹ ਕਈ ਵਾਰ 2 ਡਾਕਟਰ ਦਾ ਕੰਮ ਕਰ ਰਿਹਾ ਹੁੰਦਾ, ਤਾਂ ਰਾਦਰ ਅਸੀਂ ਪ੍ਰੈਕਟੀਕਲੀ ਇੱਕ ਤਨਖਾਹ ਸੇਵ ਕਰ ਰਹੇ ਹਾਂ ਸਰਕਾਰ ਦੀ, ਜੇ ਕਿਤੇ 2 ਬੰਦਿਆਂ ਦਾ ਕੰਮ 1 ਬੰਦਾ ਕਰ ਰਿਹਾ ਹੁੰਦਾ। ਕਈ ਵਾਰੀ ਇਸ ਤਰ੍ਹਾਂ ਦੇ ਹਾਲਾਤ ਹੋ ਜਾਂਦੇ ਆ। ਇਹਨਾਂ ਸਾਰੀਆਂ ਚੀਜ਼ਾਂ ਨੂੰ ਮੱਦੇ ਨਜ਼ਰ ਰੱਖ ਕੇ ਹੀ ਜਿਹੜਾ NPA ਡਾਕਟਰ ਨੂੰ ਮਿਲ ਰਿਹਾ ਸੀ 25% ਆਫ ਬੇਸਿਕ ਪੇ ਤੇ ਜੀ। ਵੈਸੇ ਨਾ ਤੁਹਾਨੂੰ ਚਾਹੀਦਾ ਸੀ ਜਦੋਂ ਤੁਸੀਂ ਪੇ ਕਮਿਸ਼ਨ ਦੇ ਉੱਥੇ ਬਤੌਰ ਪ੍ਰਤੀਨਿਧੀ ਬਣ ਕੇ ਗਏ ਹੋਵੋਗੇ ਉਹਨਾਂ ਦੇ ਮੀਟਿੰਗ 'ਚ, ਤੁਸੀਂ ਇੱਕ ਬੇਨਤੀ ਉਹਨਾਂ ਨੂੰ ਇਹ ਕਰਦੇ ਵੀ ਇਹਦਾ ਨਾਮ ਬਦਲ ਕੇ ਕੁਝ ਹੋਰ ਕਰ ਦਿਓ, ਕਿਉਂਕਿ ਬਿਊਰੋਕ੍ਰੇਸੀ ਹੈ ਨਾ ਜਿਹੜੀ ਪੰਜਾਬ ਦੀ, ਉਹ ਇਸ ਦਾ ਬੜਾ ਮਤਲਬ ਇਸ ਨੂੰ ਐ ਸਮਝਦੀ ਹੈ ਕਿ ਬਹੁਤ ਕੋਈ ਇਹਨਾਂ ਤੇ ਸਰਕਾਰ ਨਾ ਬਹੁਤ ਵੱਡਾ ਅਹਿਸਾਨ ਕਰ ਰਹੀ ਹੈ ਨਾਨ ਪ੍ਰੈਕਟਿਸਿੰਗ ਅਲਾਊਂਸ। ਮੈਂ ਇੱਕ ਜੱਜ ਸਾਹਿਬਾਨ ਮੇਰੇ ਨਾਲ ਕਿਤੇ ਆਫ ਰਿਕਾਰਡ ਗੱਲ ਕਰ ਰਹੇ ਸੀ ਕਿਸੇ ਵੇਲੇ, ਉਹ ਮੈਨੂੰ ਕਹਿੰਦੇ ਯਾਰ ਅਸੀਂ ਵੀ ਲਾਅ ਕਰਕੇ ਆਉਂਦੇ ਆ, ਅਸੀਂ ਵੀ ਪ੍ਰੈਕਟਿਸ ਕਰ ਸਕਦੇ ਹੁੰਦੇ ਆ, ਤੇ ਜੱਜਾਂ ਨੂੰ ਵੀ ਨਾਨ ਪ੍ਰੈਕਟਿਸਿੰਗ ਅਲਾਊਂਸ ਮਿਲਣਾ ਚਾਹੀਦਾ ਕਿ ਅਸੀਂ ਕਿਹੜਾ ਪ੍ਰੈਕਟਿਸ ਕਰਦੇ ਆ, ਜੇ ਸਰਕਾਰੀ ਵਕੀਲ ਹੈ ਜਿਹੜੇ ਵੀ ਉਹ ਪ੍ਰਾਈਵੇਟ ਪ੍ਰੈਕਟਿਸ ਨਹੀਂ ਕਰ ਸਕਦੇ, ਉਹਨਾਂ ਨੂੰ ਵੀ ਨਾਨ ਪ੍ਰੈਕਟਿਸਿੰਗ ਅਲਾਊਂਸ ਮਿਲਣਾ ਚਾਹੀਦਾ। ਮੈਂ ਉਹਨਾਂ ਨੂੰ ਇਹ ਗੱਲ ਐਕਸਪਲੇਨ ਕੀਤੀ ਕਿ ਕਮ ਸੇ ਕਮ ਜੱਜ ਤੇ ਵਕੀਲ ਨੂੰ ਰਾਤ ਨੂੰ ਇਹ ਨਹੀਂ ਹੈਗਾ ਵੀ 12 ਵਜੇ ਕੋਈ ਐਕਸੀਡੈਂਟ ਹੋ ਗਿਆ ਜਾਂ ਕੋਈ ਹੋਰ ਐਮਰਜੈਂਸੀ ਆ ਗਈ ਤੇ ਉਹਨੇ ਉੱਥੇ ਹੀ ਗੁਜ਼ਾਰਨੀ ਹੈ ਰਾਤ, ਔਰ ਇਸ ਕਰਕੇ ਉਹਨਾਂ ਨੂੰ ਇੱਕ ਕਿਸਮ ਦੀ ਨਾ ਇੱਕ ਕੰਪਨਸੇਸ਼ਨ ਦਿੱਤੀ ਜਾਂਦੀ ਹੈ ਜਿਹਦਾ ਨਾਮ ਸ਼ਾਇਦ ਕੁਝ ਹੋਰ ਹੋਣਾ ਚਾਹੀਦਾ। ਬਿਲਕੁਲ ਜੀ ਬਿਲਕੁਲ, ਇਹੀ ਇੱਕ ਮਿਸਨੋਮਰ ਹੈ। ਅਸੀਂ ਇਹ ਰਿਪਰੈਜ਼ੈਂਟ ਕੀਤਾ ਸੀ ਕਿ ਇਹਦਾ ਨਾਮ ਬਦਲਿਆ ਜਾਵੇ, ਇਹਨੂੰ ਕੋਈ ਰਿਸਕ ਅਲਾਊਂਸ ਵਗੈਰਾ ਦਾ ਨਾਮ ਦਿੱਤਾ ਜਾਵੇ। ਤੇ ਹੁਣ ਜਿਹੜਾ ਇਹਨਾਂ ਲੇਟੈਸਟ ਜਿਹੜਾ ਪੇ ਕਮਿਸ਼ਨ ਚ ਕੀਤਾ ਜੀ, ਉਹਦੇ ਚ NPA ਦੀ ਤਾਂ ਰੇਟ ਘਟਾਤਾ ਜੀ, 25 to 20% ਕਰਤਾ। ਉਸ ਤੋਂ ਬਾਅਦ ਇਹਨਾਂ ਨੇ ਜਿਹੜੀ ਬੇਸਿਕ ਪੇ ਦਾ ਪਾਰਟ ਮੰਨਦੇ ਸੀ, ਇੱਕ ਬੜੀ ਕਲੀਅਰ ਲੈਟਰ ਆ ਪੰਜਾਬ ਸਰਕਾਰ ਦੀ, NPA ਵਿਲ ਬੀ ਕੰਸੀਡਰਡ ਐਜ਼ ਪਾਰਟ ਆਫ ਪੇ ਫॉर ਆਲ ਇੰਟੈਂਟਸ ਐਂਡ ਪਰਪਸਿਸ। ਮਤਲਬ ਕੋਈ ਵੀ ਅਲਾਊਂਸ ਜਿਹੜਾ ਮਿਲਣਾ ਬੇਸਿਕ ਪੇ NPA ਐਡ ਕਰਕੇ ਮਿਲਦਾ ਸੀ, ਉਹ ਖਤਮ ਕਰਤਾ ਜੀ ਇਹਨਾਂ ਨੇ। ਤੀਸਰਾ ਇਹਨਾਂ ਨੇ ਕਰਤਾ ਵੀ ਜਿਹੜੀ ਬੇਸਿਕ ਪੇ ਵੀ ਆ ਉਹ 2016 ਨੂੰ ਜਿਹੜੀ ਕੈਲਕੂਲੇਟ ਹੋਣੀ ਆ ਨਵੇਂ ਪੇ ਸਕੇਲ ਦੇ ਹਿਸਾਬ ਨਾਲ, ਉਹਦੇ ਤੇ ਫਿਕਸ ਕਰਤਾ। ਹਰ ਸਾਲ ਬੇਸਿਕ ਪੇ ਵੱਧਦੀ ਹੈ, ਇੱਕ ਐਨੂਅਲ ਇੰਕਰੀਮੈਂਟ ਲੱਗਦਾ, ਉਹ ਬੇਸਿਕ ਪੇ ਵੱਧਦੀ ਆ, ਉਹ ਉਹਨਾਂ ਨੇ 2016 ਤੇ ਬੇਸਿਕ ਪੇ ਫਿਕਸ ਕਰਤੀ ਜੀ। ਚੌਥਾ ਇਹਨਾਂ ਨੇ ਕੀ ਕੀਤਾ ਜੀ, ਇਹਨੂੰ ਪੈਨਸ਼ਨ ਦੇ ਕੈਲਕੂਲੇਸ਼ਨ ਵਾਸਤੇ ਉਹਦੇ ਤੋਂ ਵੀ ਬਾਹਰ ਕਰਤਾ। ਸੋ 4 ਤਰੀਕੇ ਨਾਲ ਇਹਨਾਂ ਨੇ ਮਤਲਬ ਸਾਨੂੰ ਜਿਹੜਾ ਨੁਕਸਾਨ ਪਹੁੰਚਾਇਆ। ਇਸ ਕਰਕੇ ਸਾਡਾ ਜਿਹੜਾ ਪ੍ਰੋਟੈਸਟ ਕਰਨਾ ਇਹ ਸਾਡਾ ਵਾਜਬ ਆ। ਅਸੀਂ ਕਦੇ ਵੀ ਨਹੀਂ ਚਾਹੁੰਦੇ ਹੁੰਦੇ ਡਾਕਟਰ ਵੀ ਕਦੇ ਸੜਕਾਂ ਤੇ ਆਈਏ। ਪੇ ਕਮਿਸ਼ਨ ਦਾ ਮਤਲਬ ਕੀ ਹੁੰਦਾ ਜੀ, ਮੁਲਾਜ਼ਮਾਂ ਨੂੰ ਜੋ ਮਹਿੰਗਾਈ ਦੇ ਦਰ ਦੇ ਹਿਸਾਬ ਨਾਲ ਜੋ ਉਹਨਾਂ ਨੂੰ ਤਨਖਾਹ 'ਚ ਵਾਧਾ ਕਰਨਾ ਜੀ। ਮੈਂ ਨਾ ਪੰਜਾਬ ਸਰਕਾਰ ਦੀ ਜੁਰਤ ਦੇ ਉੱਤੇ ਹੈਰਾਨ ਹੁੰਨਾ ਹੈ ਜਦੋਂ ਪਿਛਲੇ ਸਾਲ ਪੈਂਡੈਮਿਕ
ਪੀਕ ਤੇ ਸੀਗਾ, ਪੰਜਾਬ ਦੇ ਵਿੱਚ ਕਰੋਨਾ ਦੇ ਕੇਸ ਰੋਜ਼ਾਨਾ ਵੱਧ ਰਹੇ ਸੀ, ਉਸੇ ਹੀ ਸਮੇਂ 'ਚ ਲਗਭਗ ਕਿਤੇ ਮਈ ਦੇ ਮਹੀਨੇ 'ਚ ਪੰਜਾਬ ਸਰਕਾਰ ਨੇ ਇਹ ਘੋਸ਼ਣਾ ਕਰਤੀ ਕਿ ਸਰਕਾਰੀ ਮੈਡੀਕਲ ਕਾਲਜਾਂ ਦੀਆਂ ਫੀਸਾਂ ਜਿਹੜੀਆਂ ਉਹ ਕਾਫੀ ਵਧਾਈਆਂ ਜਾ ਰਹੀਆਂ, ਕਾਫੀ ਉਹਦੇ 'ਚ ਵਾਧਾ ਕੀਤਾ ਜਾ ਰਿਹਾ ਹੈ। ਬਿਲਕੁਲ ਮਤਲਬ ਕਿੰਨੀ ਉਹਨਾਂ ਦੀ ਜ਼ਰੂਰਤ ਕਿੰਨੀ ਹੈ, ਮਤਲਬ ਪੰਜਾਬ ਸਰਕਾਰ ਦੀ। ਬਿਲਕੁਲ ਜੀ। ਔਰ ਦੂਸਰੇ ਪਾਸੇ ਜੇ ਇਸ ਨਾਲ ਤਾਂ ਪੇ ਕਮਿਸ਼ਨ ਦੀਆਂ ਸਿਫਾਰਸ਼ਾਂ ਨਾ ਹੀ ਲਾਗੂ ਕਰਦੇ ਵੀ ਹਰ ਵਰਗ ਨੂੰ, ਕਰਮਚਾਰੀਆਂ ਦੇ ਨੂੰ ਤੁਸੀਂ ਨਾਰਾਜ਼ ਕੀਤਾ ਹੈ, ਔਰ ਖਾਸ ਕਰ ਡਾਕਟਰਾਂ ਦਾ ਤੁਹਾਨੂੰ ਸਨਮਾਨ। ਅੱਛਾ, ਬਠਿੰਡਾ ਦੇ ਵਿੱਚ ਗਾਰਡ ਆਫ ਆਨਰਸ ਦਿੱਤਾ ਜਾ ਰਿਹਾ ਡਾਕਟਰਸ ਨੂੰ, ਪੈਰਾਮੈਡਿਕਸ ਨੂੰ। ਲੋਕੀ ਤਾਂ ਸਾਨੂੰ ਰਿਸਪੈਕਟ ਦਿੰਦੇ ਆ, ਲੇਕਿਨ ਜਿਹੜੀ ਸਰਕਾਰਾਂ ਨੇ ਉਹ ਸਾਡੀ ਬਿਲਕੁਲ ਹੀ ਮਤਲਬ ਸਾਡੇ ਨਾਲ ਮਜ਼ਾਕ ਜਿਹਾ ਕਰਤਾ ਇੱਕ ਤਰ੍ਹਾਂ ਦਾ ਜੀ। ਕੋਵਿਡ 'ਚ ਸਾਨੂੰ ਮਤਲਬ ਫੋਕੀ ਜਿਹੜੀ ਉਹ ਸ਼ਾਬਾਸ਼ ਦੇਤੀ, ਲੇਕਿਨ ਜਿਹੜੀ ਸਾਨੂੰ ਪੇ ਮਿਲਦੀ ਸੀ ਉਹਦੇ ਤੇ ਕੱਟ ਲਾਤਾ, ਤਾਂ ਫਿਰ ਅਸੀਂ ਦੱਸੋ ਕੀ ਕਰ ਸਕਦੇ ਹਾਂ। ਕੋਵਿਡ ਦਾ ਸਾਨੂੰ ਕੋਈ ਬੈਨੀਫਿਟ ਦੇਣ ਨਹੀਂ ਪਿਆ, ਚਲੋ ਅਸੀਂ ਉਹ ਵੀ ਨਹੀਂ ਮੰਗਿਆ, ਅਸੀਂ ਇਹ ਵੀ ਨਹੀਂ ਡਿਮਾਂਡ ਕੀਤੀ, ਇੱਕ ਵਾਰੀ ਵੀ ਨਹੀਂ ਪਿਛਲੇ ਸਵਾ ਸਾਲ 'ਚ ਅਸੀਂ ਡਿਮਾਂਡ ਕੀਤੀ ਵੀ ਸਾਨੂੰ ਕੋਈ ਸਪੈਸ਼ਲ ਭੱਤਾ ਦਿਓ। ਅਸੀਂ ਕਹਿੰਦੇ ਸਾਨੂੰ NPA ਮਿਲ ਰਿਹਾ, ਚਲੋ ਅਸੀਂ ਉਹ ਵੀ ਇਸੇ ਕਰਕੇ ਮਿਲ ਰਿਹਾ ਵੀ ਅਸੀਂ ਔਖੇ ਕੰਮ ਕਰਦੇ ਹਾਂ ਤੇ ਸਾਡਾ NPA ਜਸਟੀਫਾਈ ਹੋ ਰਿਹਾ, ਤੇ ਲੇਕਿਨ ਇਹਨਾਂ ਨੇ ਉਹਦੇ ਵੀ ਕੱਟ ਲਾਤਾ, ਸਾਨੂੰ ਸਪੈਸ਼ਲ ਹੋਰ ਤਾਂ ਭੱਤਾ ਕੀ ਦੇਣਾ ਸੀਗਾ। ਇਸ ਕਰਕੇ ਬਹੁਤ ਜ਼ਿਆਦਾ ਫਰਸਟ੍ਰੇਸ਼ਨ ਹੈ ਜੀ ਸਾਰੇ ਕੈਡਰ 'ਚ, ਸਾਰੇ ਹੀ ਡਾਕਟਰ ਜਿਹੜੇ ਆ ਬੜੇ ਇਸ ਚੀਜ਼ ਤੇ ਉਦਾਸ ਨੇ ਔਰ ਬੜੇ ਹੈਰਾਨ ਆ ਵੀ ਇਸ ਤਰ੍ਹਾਂ ਵੀ ਕਰਦੀਆਂ ਹੁੰਦੀਆਂ ਸਰਕਾਰਾਂ। ਅੱਛਾ ਡਾਕਟਰ ਗਗਨਦੀਪ, ਮੇਰੇ ਸੁਣਨ 'ਚ ਇਹ ਵੀ ਆਇਆ ਸੀ ਕਿ ਪੰਜਾਬ ਸਰਕਾਰ ਨੇ ਇੱਕ 3 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ ਜਿਹੜਾ ਇਹ ਸਾਰੀਆਂ ਸ਼ਿਕਾਇਤਾਂ ਦੇ ਵਿੱਚ ਨਜ਼ਰਅਸਾਨੀ ਕਰੂਗੀ, ਤਾਂ ਤੁਹਾਨੂੰ ਉਸ ਕਮੇਟੀ ਤੋਂ ਕੋਈ ਉਮੀਦ ਨਹੀਂ ਹੈਗੀ ਕਿ ਕਿਸੇ ਕਿਸਮ ਦੀ ਰਾਹਤ ਮਿਲਣ ਦੀ? ਨਹੀਂ, ਉਹਦੇ ਦੋ ਗੱਲਾਂ ਨੇ, ਕਮੇਟੀ 3 ਮੈਂਬਰੀ ਨਹੀਂ ਹੈ ਜੀ, ਕਮੇਟੀ ਤਾਂ 5 ਸ਼ਾਇਦ ਮੈਂਬਰ ਆ ਮਿਨਿਸਟਰ ਦੇ, ਉਸ ਤੋਂ ਬਾਅਦ ਇੱਕ ਆਫੀਸਰ ਦੀ ਕਮੇਟੀ ਹੈ 3 ਦੀ, ਤੇ 2 ਟਾਇਰ ਹੋ ਗਿਆ। ਪਹਿਲਾਂ ਇੱਕ ਅਫਸਰਾਂ ਦੀ ਕਮੇਟੀ ਅੱਗੇ ਪੇਸ਼ ਹੋ, ਫਿਰ ਉਹ ਅੱਗੇ ਮੰਤਰੀਆਂ ਕੋਲੇ ਸਾਨੂੰ ਬੁਲਾਉਣ ਨਾ ਬੁਲਾਉਣ, ਫਿਰ ਮੰਤਰੀ ਫਿਰ ਪਤਾ ਨਹੀਂ ਕੈਬਨਿਟ 'ਚ ਆਵੇ ਨਾ ਆਵੇ, ਮਤਲਬ ਬੜਾ ਇੱਕ ਤਰ੍ਹਾਂ ਦਾ ਸਾਨੂੰ ਇਹ ਲੱਗਦਾ ਵੀ ਇਹਨੂੰ ਠੰਡੇ ਬਸਤੇ 'ਚ ਪਾਉਣ ਦੀ ਕੋਸ਼ਿਸ਼ ਹੈ। ਜਾਂ ਤਾਂ ਸਾਨੂੰ ਸਪੈਸੀਫਿਕਲੀ ਕਿਹਾ ਜਾਂਦਾ ਸਾਡੇ ਹੈਲਥ ਵਾਲੇ ਡਿਪਾਰਟਮੈਂਟ ਜਾਂ ਸਾਡੇ ਮੰਤਰੀ ਸਾਹਿਬਾਨ ਜਾਂ ਕੋਈ ਮਤਲਬ ਉਸ ਕੱਲੀ NPA ਦੇ ਕਮੇਟੀ ਬਣਦੀ ਜੀ, ਕਿਉਂਕਿ ਬਾਕੀ ਤਾਂ ਮੁਲਾਜ਼ਮਾਂ ਦੇ ਸਾਡੀਆਂ ਜਿਹੜੀਆਂ ਸਾਰੀਆਂ ਮੰਗਾਂ ਜਿਹੜੇ ਜੋ ਸਾਡੇ ਭੱਤੇ ਘਟੇ ਆ ਉਹ ਸਾਡਾ ਸਾਰਿਆਂ ਦਾ ਸਾਂਝਾ ਇੱਕ ਉਹ ਨੁਕਸਾਨ ਹੋਇਆ, ਤੇ ਜਿਹੜਾ NPA ਜਿਸ ਵਿੱਚ ਅਸੀਂ ਫਾਈਟ ਕਰ ਰਹੇ ਇਹ ਸਾਡੇ ਸਾਰੇ ਕੈਡਰ ਦਾ ਇੱਕ ਅਲੱਗ ਹੈਗਾ। ਜੇ ਇਹਦੇ ਤੇ ਕੋਈ ਸਪੈਸ਼ਲ ਕਮੇਟੀ ਬਣਦੀ ਫਿਰ ਅਸੀਂ ਮੰਨਦੇ ਵੀ ਸਾਂ ਜੀ, ਸਾਨੂੰ ਟਾਈਮ ਆਊਟ ਕਰਤਾ ਵੀ 2-4-5 ਦਿਨ ਸਾਨੂੰ ਬੁਲਾ ਕੇ ਸਾਰੇ ਕਰਮਚਾਰੀਆਂ ਵਾਸਤੇ ਹੈ ਸਾਂਝੀ ਕਮੇਟੀ ਉਹ ਜਿਹੜੀ ਬਣ ਗਈ, ਸਾਂਝੀ ਕਮੇਟੀ ਬਣ ਗਈ ਆ। ਅੱਛਾ, ਇੱਕ ਅੱਜ ਹੁਣ ਜਦੋਂ 28 ਤਰੀਕ ਨੂੰ ਦਿਨ ਸੋਮਵਾਰ ਨੂੰ ਇਹ ਪ੍ਰੋਗਰਾਮ ਔਨ 에ਅਰ ਜਾ ਰਿਹਾ, ਤਾਂ ਹੁਣ ਜੇਕਰ ਕਿਸੇ ਕਿਸਮ ਦਾ ਸਮਝੌਤਾ ਸਰਕਾਰ ਨਾਲ ਨਹੀਂ ਹੁੰਦਾਗਾ ਜਾਂ ਕੋਈ ਆਰਜ਼ੀ ਤੌਰ ਤੇ ਐਜੀਟੇਸ਼ਨ ਦੇ ਉੱਤੇ ਰੋਕ ਨਹੀਂ ਲਾਈ ਜਾਂਦੀਗੀ, ਤਾਂ ਫਿਰ ਅੱਗੇ ਕੀ ਇਰਾਦਾ ਹੈ ਜੀ, ਕੀ ਅੱਗੋਂ ਪਲੈਨਿੰਗ ਹੈ ਜੀ? ਫਿਰ ਪਲੈਨਿੰਗ ਹੈ, ਦੇਖੋ ਸਾਨੂੰ ਤਾਂ ਸਾਡੀ ਮਜਬੂਰੀ 'ਚ ਅਸੀਂ ਹੁਣ ਵੀ ਨਹੀਂ ਚਾਹੁੰਦੇ ਜੀ ਕੰਮ ਬੰਦ ਕਰਨਾ, ਕੋਈ ਵੀ ਨਹੀਂ ਚਾਹੁੰਦਾ, ਲੇਕਿਨ ਅੱਗੇ ਤੋਂ ਜੇ ਅਸੀਂ ਸਾਨੂੰ ਮੈਡੀਕਲ ਲੀਗਲ ਹੋਰ ਚੀਜ਼ਾਂ ਉਹ ਅਸੀਂ ਬੰਦ ਕਰਨੀਆਂ ਮਜਬੂਰ ਹੋਵਾਂਗੇ ਜੀ, ਕਿਉਂਕਿ ਜੇ ਸਰਕਾਰ ਸਾਨੂੰ ਬੁਲਾਉਂਦੀ ਨਹੀਂ, ਜੇ ਸਾਡੀ ਗੱਲ ਨਹੀਂ ਸੁਣੇਗੀ, ਸਾਡੇ ਮਸਲੇ ਹੱਲ ਨਹੀਂ ਕਰੇਗੀ, ਤਾਂ ਸਾਨੂੰ ਤਾਂ ਕੁਛ ਨਾ ਕੁਛ ਤਾਂ ਇਹਨੂੰ ਆਪਦੇ ਮੰਗਾਂ ਮਨਾਉਣ ਲਈ ਪ੍ਰੋਟੈਸਟ ਤਾਂ ਵਧਾਉਣਾ ਹੀ ਪੈਣਾ ਜੀ। ਤੇ ਤੁਸੀਂ ਬਤੌਰ ਪ੍ਰਧਾਨ ਸਿਹਤ ਮੰਤਰੀ ਸਾਹਿਬ ਨਾਲ ਜਾਂ ਖਜ਼ਾਨਾ ਮੰਤਰੀ ਸਾਹਿਬ ਨਾਲ ਤੁਹਾਡੀ ਕੋਈ ਮੀਟਿੰਗ ਹੋਈ ਜੀ ਪਿਛਲੇ ਦਿਨਾਂ ਦੇ ਵਿੱਚ? ਨਹੀਂ ਜੀ, ਸਾਡੀ ਸਿਹਤ ਮੰਤਰੀ ਸਾਹਿਬ ਨਾਲ ਜਦੋਂ ਅਸੀਂ ਪ੍ਰੋਟੈਸਟ ਸਟਾਰਟ ਕੀਤਾ ਸਾਡੀ ਪਹਿਲੇ ਦਿਨ ਅਸੀਂ ਉਹਨਾਂ ਨਾਲ ਮੀਟਿੰਗ ਕਰਕੇ ਉਸ ਤੋਂ ਬਾਅਦ ਪ੍ਰੋਟੈਸਟ ਸਟਾਰਟ ਕੀਤਾ ਜੀ। ਉਹਨਾਂ ਵੱਲੋਂ ਕੋਈ ਆਸ਼ਵਾਸਨ ਨਹੀਂ ਮਿਲਿਆ? ਮਤਲਬ ਉਹਨਾਂ ਵੱਲੋਂ ਆਸ਼ਵਾਸਨ ਮਿਲਿਆ ਸੀਗਾ, ਉਹਨਾਂ ਦੇ ਆਸ਼ਵਾਸਨ ਤੇ ਅਸੀਂ ਜਿਹੜੀ ਸਟ੍ਰਾਈਕ ਸੀ, ਅਸੀਂ ਜਿਹੜੀ 25 ਤਰੀਕ ਨੂੰ ਸਟ੍ਰਾਈਕ ਕੀਤੀ ਹੈ, ਪਹਿਲਾਂ ਅਸੀਂ 23 ਤਰੀਕ ਨੂੰ ਕਰਨੀ ਸੀ, ਅਸੀਂ ਉਹਨਾਂ ਦਾ 2 ਦਿਨ ਦਾ ਟਾਈਮ ਦਿੰਦੇ ਹੋਏ ਅਸੀਂ ਉਹਨੂੰ ਸਟ੍ਰਾਈਕ ਜਿਹੜੀ ਆ 2 ਦਿਨ ਮੁਲਤਵੀ ਕਰਕੇ 25 ਨੂੰ ਕੀਤੀ ਸੀ। ਚਲੋ ਸਰਕਾਰਾਂ ਤਾਂ ਹੁਣ ਆਪਦੀ ਹੋਂਦ ਨੂੰ ਬਚਾਉਣ 'ਚ ਹੀ ਲੱਗੀਆਂ ਹੋਈਆਂ, ਜਿਸ ਕਿਸਮ ਦਾ ਕਾਟੋਕਲੇ ਸਰਕਾਰ ਦੇ ਵਿੱਚ ਮੰਤਰੀਆਂ ਦਾ ਤੇ MLA ਸਾਹਿਬਾਂ ਦਾ ਚੱਲਦਾ ਪਿਆ। ਸਰਕਾਰ ਦੇ ਨਾਂ ਦੀ ਚੀਜ਼ ਤਾਂ ਹੁਣ ਦੇਖੋ ਤੁਹਾਡੇ ਸਾਹਮਣੇ। ਚਲੋ ਕੋਈ ਨਹੀਂ ਜੀ, ਅਸੀਂ ਫੇਰ ਵੀ ਆਸ਼ਾਵਾਦੀ ਆਪਾਂ ਸਾਰੇ ਪੰਜਾਬੀ ਖਾਸ ਕਰਕੇ ਆਸ਼ਾਵਾਦੀ ਸੋਚ ਵਾਲੇ ਬੰਦੇ ਆ, ਪੋਜ਼ਿਟਿਵ ਰਹਿਣਾ ਚਾਹੀਦਾ, ਸਭ ਕੁਝ ਠੀਕ ਹੋਊਗਾ ਔਰ ਤੁਹਾਡੀਆਂ ਸੇਵਾਵਾਂ ਸਾਨੂੰ ਏਦਾਂ ਹੀ ਮਿਲਦੀਆਂ ਰਹਿਣਗੀਆਂ ਔਰ ਅਸੀਂ ਸਰ ਸਲੂਟ ਕਰਦੇ ਹਾਂ ਤੁਹਾਨੂੰ। ਚਲੋ ਸਰਕਾਰ ਨਾਲ ਜੋ ਤੁਹਾਡੇ ਮਤਭੇਦ ਉਹ ਆਪਦੀ ਥਾਂ ਤੇ ਹੈ। ਥੈਂਕ ਯੂ ਸੋ ਮਚ ਜੀ। ਅਸੀਂ ਆਮ ਨਾਗਰਿਕ ਜਿਵੇਂ ਕਰੋਨਾ ਦੇ ਵਿੱਚ ਸਾਨੂੰ ਹੌਸਲਾ ਮਿਲਦਾ ਕੰਮ ਕਰਨ ਦਾ, ਕਿਉਂਕਿ ਮੈਂ ਇੱਕ ਗੱਲ ਔਨ ਰਿਕਾਰਡ ਇਹ ਕਹੂੰਗਾ ਕਿ ਪੰਜਾਬ ਦੇ ਵਿੱਚ ਇੱਕ ਥਾਂ ਤੇ ਵੀ ਇਸ ਤਰ੍ਹਾਂ ਨਹੀਂ ਹੋਏਗਾ ਕਿ ਕੋਈ ਕੋਰੀਡੋਰ ਦੇ ਵਿੱਚ ਡੈਥ ਹੋਈ ਹੋਵੇ ਜਾਂ ਕੋਈ ਐਂਬੂਲੈਂਸ ਦੇ ਵਿੱਚ ਹੋਈ ਹੋਵੇ ਜਾਂ ਚੱਲਦੇ ਆਕਸੀਜਨ ਦੀ ਸਪਲਾਈ ਕੱਟਣ ਕਰਕੇ ਕੋਈ ਮੌਤ ਹੋਈ ਹੋਵੇ। ਸੋ ਅਸੀਂ ਸਾਡੇ ਸਾਰੇ ਡਾਕਟਰ ਸਾਹਿਬਾਨ ਨੂੰ, ਖਾਸ ਕਰਕੇ ਸਰਕਾਰੀ ਜਿਹੜੇ ਸਾਡੇ ਡਾਕਟਰ ਸਾਹਿਬਾਨ ਹੈ ਸਰਕਾਰੀ ਹਸਪਤਾਲਾਂ ਦੇ ਵਿੱਚ ਡਿਸਪੈਂਸਰੀਆਂ 'ਚ ਕੰਮ ਕਰਨ ਵਾਲੇ, ਅਸੀਂ ਉਹਨਾਂ ਨੂੰ ਸਲੂਟ ਕਰਦੇ ਹਾਂ ਜੀ। ਤੁਹਾਡੀਆਂ ਸੇਵਾਵਾਂ ਸਾਨੂੰ ਇਦਾਂ ਹੀ ਮਿਲਣਗੀਆਂ, ਜਲਦ ਤੋਂ ਜਲਦ ਜਿਹੜਾ ਕੋਈ ਸਮਝੌਤਾ ਹੈ ਜਿਹੜਾ ਕੋਈ ਨਾ ਕੋਈ ਰਾਹ ਜ਼ਰੂਰ ਨਿਕਲੂਗਾ। ਸੋ ਬਹੁਤ ਬਹੁਤ ਸ਼ੁਕਰੀਆ ਡਾਕਟਰ ਗਗਨਦੀਪ ਸਿੰਘ ਜੀ, ਕਾਸ਼ਵਾਨੀ FM ਬਠਿੰਡਾ ਦੇ ਪ੍ਰਸਾਰਣ ਦਾ ਹਿੱਸਾ ਬਣਨ ਲਈ। ਸੁਣਨ ਵਾਲਿਆਂ ਦਾ ਵੀ ਧੰਨਵਾਦ ਜੀ, ਥੈਂਕ ਯੂ। ਸਾਡਾ ਇੱਥੇ ਰੱਖ